जिन्हां जिंदगी च मिहनतां दी कीती है कमाई कदी टोकरा चुका के झग्गा झाड़दे नहीं हुंदे, जिन्हां माली वांगू पाया होवे सबरां दा पानी कदी फलां लद्दे बूटे नूं उजाड़दे नहीं हुंदे, जिन्हां दा इस वक्त जिंदगी नूं मानण दा जां सकून दा वेला है ਉਹ ਸੜਕਾਂ 'ਤੇ ਸੌਂ ਰਹੇ ਨੇ। ਹੁਣ ਤੁਸੀਂ ਦੇਖੋ 6 5 ਸਮਟਾਈਮਸ 4 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਜਾਂਦਾ ਆਊਟਸਾਈਡ। ਜੇਕਰ ਤੁਸੀਂ ਘਰ ਤੋਂ ਬਾਹਰ ਹੋ, ਤੁਸੀਂ ਘਰੇ ਵੀ ਸ਼ਾਇਦ ਹੀਟ ਲਾ ਕੇ ਰਜਾਈਆਂ 'ਚ ਬੈਠਦੇ ਹੋਵੋਗੇ। ਕਦੀ ਇਮੀਡੀਏਟ ਨਿਕਲ ਕੇ ਦਰਵਾਜ਼ੇ 'ਚੋਂ ਬਾਹਰ ਦੇਖਿਓ ਸੜਕ 'ਤੇ ਖੜ੍ਹ ਕੇ, ਹੈ ਨਾ। ਔਰ ਉਹ ਤਾਂ ਓਪਨ ਏਰੀਆ ਨੇ, ਔਰ ਕਿੰਨਾ ਉਹ ਲੁਕਾਈ ਦੀ ਜਿਹੜੀ ਟ੍ਰੈਡੀਸ਼ਨਲ ਚੀਜ਼ਾਂ ਹੁੰਦੀਆਂ ਨੇ ਨਾ, ਉਹਨਾਂ 'ਚ ਬੜੀ ਅਪਣੱਤ ਹੁੰਦੀ ਹੈ, ਉਹ ਸਾਂਝ ਹੁੰਦੀ ਹੈ। ਉਹ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਕੈਪਚਰ ਕਰਨਗੀਆਂ ਹੀ ਕਰਨਗੀਆਂ, ਕਿਉਂਕਿ ਉਹ ਤੁਹਾਨੂੰ ਤੁਹਾਡੇ ਪਿਛੋਕੜ ਨਾਲ ਜੋੜਦੀਆਂ ਨੇ। ਜਾਂ ਤੁਸੀਂ ਉਹਨੂੰ ਡਰ ਕਹਿ ਲਓ ਜਾਂ ਸਤਿਕਾਰ ਕਹਿ ਲਓ, ਦੋਨੋਂ ਚੀਜ਼ਾਂ ਬਹੁਤ ਨਜ਼ਦੀਕ ਨਜ਼ਦੀਕ ਹੀ ਨੇ। ਪਿਓ ਦਾ ਡਰ ਵੀ ਹੁੰਦਾ, ਪਿਓ ਦਾ ਸਤਿਕਾਰ ਵੀ ਹੁੰਦਾ, ਹੈ ਨਾ। ਆ ਦੇਖ ਕਲਾਵਾਂ ਚੜ੍ਹਦੀਆਂ ਨੇ ਖੁਮਾਰ ਦੇ ਕਲਮੇ, ਪੜ੍ਹਦੀਆਂ ਨੇ ਨਾ ਇੰਨੀ ਛੇਤੀ ਹਰਨਾ ਨੀ ਤੇਰਾ ਜਬਰ ਜ਼ਾਲਮਾ, ਉਹ ਤੇਰਾ ਜਬਰ ਜ਼ਾਲਮਾ ਜਰਨਾ ਨੀ ਸਾਡੇ ਮੂਰੇ ਤਾਂ ਮਾਵਾਂ ਖੜਦੀਆਂ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਔਰ ਮੈਂ ਹਾਂ ਨੇਹਾ ਮਨਹਾਸ। ਔਰ ਇਸ ਵੇਲੇ ਮੇਰੇ ਨਾਲ ਪੰਜਾਬੀ ਇੰਡਸਟਰੀ ਦੇ ਮੋਸਟ ਹੰਬਲ ਔਰ ਬਹੁਤ ਕਾਈਂਡ, ਇਹਨਾਂ ਨੂੰ ਪਰਸਨੈਲਿਟੀ, ਇਹਨਾਂ ਨੂੰ ਆਰਟਿਸਟ ਕਿਹਾ ਜਾਂਦਾ, ਮੇਰੇ ਨਾਲ ਨੇ ਗੁਰਮੁਖੀ ਦਾ ਬੇਟਾ ਸਤਿੰਦਰ ਸਰਤਾਜ ਜੀ, ਡਾਕਟਰ ਸਤਿੰਦਰ ਸਰਤਾਜ ਜੀ, ਸੌਰੀ। ਕੀ ਹਾਲ ਨੇ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਅੱਜ ਤੁਸੀਂ ਇੱਥੇ ਫੋਕਲੋਰ ਲਈ ਆਏ ਹੋ ਚੰਡੀਗੜ੍ਹ ਯੂਨੀਵਰਸਿਟੀ। ਸਭ ਤੋਂ ਪਹਿਲੇ ਤਾਂ ਮੈਂ ਜਿੱਦਾਂ ਅਸੀਂ ਪ੍ਰੈਸ ਕਾਨਫਰੰਸ ਹੋ ਰਹੀ ਸੀ, ਉੱਥੇ ਵੀ ਮੈਂ ਕਿਹਾ ਸੀ ਕਿ ਆਰਟ ਉਹ ਚੀਜ਼ ਹੈ ਜੋ ਸਾਰੀ ਬਾਉਂਡਰੀਜ਼ ਤੋੜਦੀ ਹੈ, ਔਰ ਇੱਕ ਪਲੇਟਫਾਰਮ 'ਤੇ 39 ਕੰਟਰੀਜ਼ ਅਗਰ ਇਕੱਠੀਆਂ ਹੋ ਕੇ ਆਪਣਾ ਆਰਟ ਦਿਖਾ ਰਹੀਆਂ ਨੇ, ਬਹੁਤ ਵੱਡੀ ਚੀਜ਼ ਹੈ। ਸੋ ਤੁਸੀਂ ਕੀ ਇਸ ਬਾਰੇ ਸੋਚਦੇ ਹੋ, ਕੀ ਕਹਿਣਾ ਚਾਹੋਗੇ? ਮੈਂ ਇਸ ਤੋਂ ਪਹਿਲਾਂ ਇੱਕੋ ਵਾਰੀ ਸ਼ਾਹਿਦ ਹੋਇਆ ਸੀਗਾ ਵੈਨ ਆਈ ਵਿਟਨੈਸਡ ਦਿਸ ਕਾਈਂਡ ਆਫ ਫੈਸਟੀਵਲ, ਬਟ ਇਟ ਵਾਜ਼ ਆਊਟ ਆਫ ਇੰਡੀਆ, ਦੁਬਈ 'ਚ ਸੀਗਾ, ਜਦੋਂ ਮੈਂ ਐਜ਼ ਅ ਪਰਫਾਰਮਰ ਗਿਆ ਸੀ ਭੰਗੜਾ ਪਲੇਅਰ ਦੇ ਤੌਰ 'ਤੇ। ਐਂਡ ਉਸ ਤੋਂ ਬਾਅਦ ਜ਼ਿੰਦਗੀ 'ਚ ਪਹਿਲਾ ਮੌਕਾ ਆਇਆ ਆਪਣੀ ਧਰਤੀ 'ਤੇ, ਖਾਸ ਤੌਰ 'ਤੇ ਆਪਣੇ ਸੂਬੇ 'ਚ, ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪ 'ਚ ਇੱਕ ਬਹੁਤ ਹੀ ਓਵਰਵੈਲਮਿੰਗ ਕਾਈਂਡ ਆਫ ਅਹਿਸਾਸ ਆ। ਬਿਕੋਜ਼ ਆਫ ਪੈਂਡੈਮਿਕ ਜਾਂ ਕੋਵਿਡ-19 ਕਰਕੇ ਵਰਚੁਅਲੀ ਹੋ ਰਿਹਾ ਮੋਸਟਲੀ ਜਿਹੜੀਆਂ ਪਰਫਾਰਮੈਂਸਿਸ ਨੇ, ਬਟ ਸਾਮੋ ਇਸ ਤੋਂ ਪਹਿਲਾਂ 3 ਜਿਹੜੇ ਫੈਸਟੀਵਲ ਹੋਏ ਆ ਉਹ ਫਿਜ਼ੀਕਲੀ ਹੋਇਆ, ਇਸ ਧਰਤੀ 'ਤੇ ਹੋਇਆ। ਨੈਕਸਟ ਟਾਈਮ ਅਸੀਂ ਅਰਦਾਸ ਕਰਦੇ ਹਾਂ ਜ਼ਰੂਰ ਹੋਊਗਾ। ਬਟ ਈਵਨ ਦੋ ਜਿਹੜੀਆਂ ਤੁਸੀਂ ਜੇਕਰ ਉਹਨੂੰ ਵਰਚੁਅਲੀ ਵੀ ਦੇਖਦੇ ਹੋ, ਬਟ ਉਹ ਜਿਹੜੀ ਇੱਕ ਫ੍ਰੈਗਰੈਂਸ ਆਫ ਫੋਕਲੋਰ ਹੁੰਦੀ ਹੈ ਉਹ ਤੁਹਾਨੂੰ ਆਉਂਦੀ ਹੈ। ਤੁਹਾਨੂੰ ਕਿਸੇ ਵੀ ਧਰਤੀ ਦੇ ਜਿਹੜੀ ਲੁਕਾਈ ਦੀ ਜਿਹੜੀ ਟ੍ਰੈਡੀਸ਼ਨਲ ਚੀਜ਼ਾਂ ਹੁੰਦੀਆਂ ਨੇ ਨਾ, ਉਹਨਾਂ 'ਚ ਬੜੀ ਅਪਣੱਤ ਹੁੰਦੀ ਹੈ, ਉਹ ਸਾਂਝ ਹੁੰਦੀ ਹੈ। ਉਹ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਕੈਪਚਰ ਕਰਨਗੀਆਂ ਹੀ ਕਰਨਗੀਆਂ, ਕਿਉਂਕਿ ਉਹ ਤੁਹਾਨੂੰ ਤੁਹਾਡੇ ਪਿਛੋਕੜ ਨਾਲ ਜੋੜਦੀਆਂ ਨੇ। ਜਦੋਂ ਤੁਸੀਂ ਉਹਨਾਂ ਦੇ ਕਾਸਟਿਊਮ, ਉਹਨਾਂ ਦੇ ਇੰਸਟਰੂਮੈਂਟਸ, ਉਹਨਾਂ ਦੇ ਮੂਵਮੈਂਟਸ ਦੇਖਦੇ ਹੋ, ਜਿੱਦਾਂ ਤੁਸੀਂ ਵੀ ਸ਼ਾਇਦ ਦੇਖ ਰਹੇ ਹੋਵੋਗੇ ਕਿੰਨੀਆਂ ਜ਼ਿਆਦਾ ਹੁਣ 39 ਕੰਟਰੀਜ਼ ਦੀਆਂ ਪਰਫਾਰਮੈਂਸਿਸ ਹੋਣੀਆਂ, ਜਾਂ ਉਹਨਾਂ ਨੇ ਦਿਖਾਇਆ। ਕਰਟਨ ਰੇਜ਼ਰ ਸੀਗਾ ਜਿੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ, ਔਰ ਮੈਨੂੰ ਇਸ ਗੱਲ ਦਾ ਬਹੁਤ ਖੁਸ਼ੀ ਵੀ ਆ, ਫਖਰ ਵੀ ਆ ਕਿ ਸਰਦਾਰ ਸਤਨਾਮ ਸਿੰਘ ਸੰਧੂ ਹੁਣੀ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਹੀ ਇੰਨਾ ਮਾਣ ਦਿੰਦੇ ਨੇ, ਪਿਆਰ ਦਿੰਦੇ ਨੇ, ਔਰ ਮੇਰਾ ਵੀ ਜੀਅ ਕਰਦਾ ਰਹਿੰਦਾ, ਕਿਉਂਕਿ ਐਜੂਕੇਸ਼ਨਲ ਇੰਸਟੀਚਿਊਟਸ ਤਾਂ ਮੇਰੀ ਜਾਨ ਆ, ਮੈਂ ਉਹਨਾਂ ਦਾ ਹੀ ਪੈਦਾਇਸ਼ ਆ, ਇਸ ਕਰਕੇ ਮੈਨੂੰ ਬੜਾ ਚੰਗਾ ਲੱਗਦਾ ਔਰ ਬੜਾ ਖੂਬਸੂਰਤ ਅਹਿਸਾਸ ਹੈ ਜੀ, ਤੁਸੀਂ ਜ਼ਿਕਰ ਕੀਤਾ ਸੀ ਕਿ 1999 ਦੇ ਵਿੱਚ ਤੁਸੀਂ ਆਪ ਪਾਰਟੀਸਿਪੇਟ ਕੀਤਾ ਸੀ, ਜਿੱਦਾਂ ਹੁਣ ਤੁਸੀਂ ਕਿਹਾ ਦੁਬਈ ਦੇ ਵਿੱਚ। ਸੋ ਉਹ ਅਗਰ ਤੁਸੀਂ ਰਿਮਾਈਂਡ ਕਰੋ, ਉਸ ਵੇਲੇ ਕੀ ਮਾਹੌਲ ਸੀਗਾ, ਜਾਂ ਕੀ ਪ੍ਰੈਸ਼ਰ ਸੀ ਤੁਹਾਡੇ ਉੱਤੇ, ਜਾਂ ਫਿਰ ਕਿਸ ਤਰ੍ਹਾਂ ਦਾ ਪੂਰਾ ਮਾਹੌਲ ਸੀ? ਉਦੋਂ ਓਬਵੀਅਸਲੀ ਬਹੁਤ ਹੀ ਤੁਹਾਡੀ ਇੱਕ ਨਹੀਂ ਬਚਕਾਨੀ ਜਿਹੀ ਤਬੀਅਤ ਹੁੰਦੀ ਹੈ, ਤੁਹਾਨੂੰ ਸਟੇਜ ਤੋਂ ਫੀਅਰ ਓਬਵੀਅਸਲੀ ਉਹ ਤਾਂ ਹੁਣ ਵੀ ਹੁੰਦਾ ਹੈ, ਰਹਿਣਾ ਹੀ ਚਾਹੀਦਾ ਸਾਰੀ ਜ਼ਿੰਦਗੀ। ਸਟੇਜ ਕਿਸੇ ਦੇ ਪਿਓ ਦੀ ਜਾਂ ਮਾਂ ਦੀ ਨਹੀਂ ਹੁੰਦੀ, ਸਟੇਜ ਹੁੰਦੀ ਹੈ, ਉਹਨੇ ਆਪ ਹੀ ਸਿਖਾਉਣਾ ਹੁੰਦਾ, ਹਰ ਸਟੇਜ ਨੇ ਤੁਹਾਨੂੰ ਨਵਾਂ ਐਕਸਪੀਰੀਅੰਸ ਦੇਣਾ ਹੁੰਦਾ। ਉਦੋਂ ਇਹ ਹੁੰਦਾ ਕਿ ਅੱਛਾ ਯਾਰ ਮੈਨੂੰ ਜੋ ਵੀ ਕਰਨਾ ਯਾਦ ਹੈਗਾ ਕਿ ਨਹੀਂ, ਕਾਸਟਿਊਮ ਠੀਕ ਹੈ ਕਿ ਨਹੀਂ, ਜਾਂ ਵਟਐਵਰ। ਹੁਣ ਤੁਸੀਂ ਜਦੋਂ ਦੇਖ ਰਹੇ ਆ ਪਰਫਾਰਮਰਸ ਨੂੰ, ਬੀਇੰਗ ਅ ਆਡੀਅੰਸ, ਉਹਦੀ ਇੱਕ ਆਪਣੀ ਚੈਰਿਸ਼ ਆ। ਹੁਣ ਤੁਹਾਨੂੰ ਪਤਾ ਲੱਗਦਾ ਕਿ ਯਾਰ ਅੱਛਾ ਆਡੀਅੰਸ ਇੰਨੀ ਖੁਸ਼ ਕਿਉਂ ਹੁੰਦੀ ਆ ਜਦੋਂ ਤੁਸੀਂ ਸਟੇਜ 'ਤੇ ਹੁੰਦੇ ਆ, ਹੈ ਨਾ। ਉਹ ਇੱਕ ਜਿਹੜਾ ਅਹਿਸਾਸ ਆ ਦੋਨੋਂ ਪਾਸਿਆਂ ਨੂੰ ਮਹਿਸੂਸ ਕਰਨ ਦਾ ਇੱਕ ਜ਼ਰੀਆ ਸੀਗਾ। ਜੀ, ਉਮਰ ਪੁੱਛਣਾ ਚਾਹੂੰਗੀ ਕੀ ਸੀ ਉਸ ਟਾਈਮ ਤੁਹਾਡੀ? ਉਦੋਂ ਤਾਂ ਮੈਨੂੰ ਲੱਗਦਾ ਟੀਨਏਜ ਸੀਗੀ ਜੀ ਆਪਣੀ, ਜਾਂ 16 17 ਜਾਂ। ਓਕੇ। ਸੋ ਜਦੋਂ ਤੁਸੀਂ ਹੁਣ ਵੀ ਸਟੇਜ 'ਤੇ ਇੱਥੇ ਪਰਫਾਰਮ ਕੀਤਾ ਸੀ, ਜਦੋਂ ਤੁਸੀਂ ਸਭ ਨੂੰ ਸੰਬੋਧਨ ਕੀਤਾ ਆ ਕੇ, ਔਰ ਤੁਸੀਂ ਇੱਕ ਗੱਲ ਕਹੀ ਕਿ ਮੈਂ ਅੱਖਾਂ ਬੰਦ ਕਰਕੇ ਜੋ ਮੇਰੇ ਦਿਮਾਗ 'ਚ ਗਾਣਾ ਆਏਗਾ ਤੁਹਾਨੂੰ ਗਾਣਾ ਗਾਉਣ ਲਈ ਕਿਹਾ, ਤੁਸੀਂ ਕਿਹਾ ਮੈਂ ਉਹੀ ਗਾਊਂਗਾ। ਔਰ ਤੁਸੀਂ ਇੰਟਰਵਿਊ ਦੇ ਵਿੱਚ ਵੀ, ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜੋ ਆਰਟਿਸਟ ਦੇ ਇੱਕਦਮ
ਇਨਸਟੈਂਟ ਜੋ ਆਉਂਦਾ ਮਾਈਂਡ ਦੇ ਵਿੱਚ ਉਸਨੂੰ ਉਹੀ ਕਰਨਾ ਚਾਹੀਦਾ ਸੋ ਅਸੀਂ ਤੁਹਾਨੂੰ ਬਹੁਤ ਕਹਿੰਦੇ ਕਿ ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੀ ਉਹ ਰੂਹ ਹੈ ਜਾਂ ਅਸੀਂ ਕਹਿ ਦਿੰਦੇ ਕਿ ਮੁਹੱਬਤ ਦੀ ਇੱਕ ਰੂਹ ਹੈ ਸਾਡੀ ਇੰਡਸਟਰੀ ਦੀ ਔਰ ਤੁਹਾਨੂੰ ਇੰਨਾ ਲੋਕ ਪਿਆਰ ਕਰਦੇ ਆ ਸੋ ਹਜੇ ਵੀ ਤੁਸੀਂ ਕਿਹਾ ਕਿ ਹਜੇ ਵੀ ਫੀਅਰ ਤਾਂ ਥੋੜ੍ਹਾ ਜਿਹਾ ਹੁੰਦਾ ਹੈ ਜਦੋਂ ਸਟੇਜ ਤੇ ਜਾਂਦੇ ਆ ਬਟ ਇੰਨੇ ਸਾਲ ਤੁਹਾਡਾ ਇੰਨਾ ਮੋਹ ਹੈ ਹੁਣ ਸਟੇਜ ਦੇ ਨਾਲ ਤੁਹਾਡੀ ਪਰਫਾਰਮੈਂਸਿਸ ਅਸੀਂ ਦੇਖਦੇ ਹਾਂ ਮੈਂ ਲਾਈਵ ਤੁਹਾਡਾ ਖੁਦ ਆਪ ਦੇਖਿਆ ਹੋਇਆ ਔਰ ਬਹੁਤ ਮਜ਼ਾ ਆਇਆ ਸੀ ਸੋ ਹੁਣ ਸਟੇਜ ਤੇ ਜਦੋਂ ਤੁਸੀਂ ਜਾਂਦੇ ਹੋ ਕੀ ਫੀਲ ਕਰਦੇ ਹੋ ਜਾਂ ਸਭ ਤੋਂ ਪਹਿਲੇ ਥਾਟ ਕੀ ਆਉਂਦਾ ਹੈ ਤੁਹਾਡਾ ਸਟੇਜ ਤੇ ਚੜ੍ਹਦੇ ਨਹੀਂ ਜਿਹਨੂੰ ਜਾਂ ਤੁਸੀਂ ਉਹਨੂੰ ਡਰ ਕਹਿ ਲਓ ਜਾਂ ਸਤਿਕਾਰ ਕਹਿ ਲਓ ਦੋਨੋਂ ਚੀਜ਼ਾਂ ਬਹੁਤ ਨਜ਼ਦੀਕ ਹੀ ਨਹੀਂ ਪਿਓ ਦਾ ਡਰ ਵੀ ਹੁੰਦਾ ਪਿਓ ਦਾ ਸਤਿਕਾਰ ਵੀ ਹੁੰਦਾ ਹੈ ਨਾ ਸੋ ਜਿਹੜਾ ਵਰਡ ਤੁਹਾਨੂੰ ਅਪਰੋਪਰੀਏਟ ਲੱਗਦਾ ਤੁਸੀਂ ਲਾ ਸਕਦੇ ਹੋ ਅਤੇ ਇਸ ਕਰਕੇ ਜਦੋਂ ਤੁਸੀਂ ਕਿਸੇ ਚੀਜ਼ ਦੀ ਇੱਜ਼ਤ ਕਰਦੇ ਹੋ ਨਾ ਅਤੇ ਥੋੜ੍ਹਾ ਜਿਹਾ ਡਰ ਉਹਦਾ ਹੁੰਦਾ ਹੀ ਹੈ ਅਤੇ ਹੋਣਾ ਚਾਹੀਦਾ ਹੀ ਹੈ ਨਾ ਤਾਂ ਹੀ ਤੁਹਾਡੀ ਇੱਜ਼ਤ ਬਰਕਰਾਰ ਰਹਿੰਦੀ ਹੈ ਅਤੇ ਜਦੋਂ ਕਿਸੇ ਨੂੰ ਮੁਹੱਬਤ ਕਰਦੇ ਹੋ ਚਲੋ ਉਹ ਡਰ ਫਿਰ ਮਨਫੀ ਹੋ ਜਾਂਦਾ ਇੱਜ਼ਤ ਅਤੇ ਮੁਹੱਬਤ ਸਿਰਫ ਇੰਨਾ ਬਹੁਤ ਹੀ ਮਨਿਊਟ ਜਿਹਾ ਫ਼ਰਕ ਹੈ ਅਤੇ ਮੁਹੱਬਤ 'ਚ ਤੁਸੀਂ ਬਹੁਤ ਹੀ ਇੱਕੋ ਮਿੱਕੇ ਹੁੰਦੇ ਆ ਜਿੱਦਾਂ ਸਾਡੀ ਇੱਕ ਫਿਲਮ ਸੀਗੀ ਹਾਂਜੀ ਅਤੇ ਉਹ ਸਟੇਜ ਨਾਲ ਤੁਸੀਂ ਇੱਕੋ-ਮਿੱਕ ਹੋਣ ਦੀ ਖੁਆਹਿਸ਼ ਰੱਖ ਸਕਦੇ ਹੋ ਮਤਲਬ ਇਹ ਅਥੋਰੀਟੇਟਿਵਲੀ ਨਹੀਂ ਕਹਿ ਸਕਦੇ ਕਿ ਅੱਛਾ ਸਟੇਜ 'ਤੇ ਮੇਰੀ ਆ ਹੈ ਨਾ ਇਹ ਛੋਟਾ ਜਿਹਾ ਫਰਕ ਹੈ ਇਹਦੇ ਵਿੱਚ ਅਤੇ ਇਹ ਰਹਿਣਾ ਚਾਹੀਦਾ ਤਮਾਮ ਉਮਰ ਫਿਰ ਤੁਹਾਨੂੰ ਚਾਅ ਵੀ ਰਹਿੰਦਾ ਸਟੇਜ 'ਤੇ ਚੜ੍ਹਨ ਦਾ ਜਦੋਂ ਤੁਸੀਂ ਪੌੜੀਆਂ ਚੜ੍ਹਦੇ ਹੋ ਤੁਸੀਂ ਸਜਦਾ ਕਰਦੇ ਹੋ ਅੱਜ ਮੈਂ ਕਿਸੇ ਵੀ ਦੁਨੀਆ ਦੀ ਸਟੇਜ 'ਤੇ ਜਾਣਾ ਉਹ ਇੱਕ ਐਸੀ ਪਾਕੀਜ਼ਾ ਜਗ੍ਹਾ ਹੈ ਮੇਰੇ ਲਈ ਹਾਲਾਂਕਿ ਤੁਸੀਂ ਇੰਟਰਨੈਸ਼ਨਲ ਸਿਨੇਮਾ ਕੀਤਾ ਤੁਸੀਂ ਕੇਨਸ ਵੀ ਗਏ ਤੁਸੀਂ ਐਜ਼ ਐਨ ਐਕਟਰ ਤੁਹਾਨੂੰ ਅਵਾਰਡਸ ਵੀ ਮਿਲੇ ਬਟ ਹਾਲੇ ਵੀ ਮੇਰਾ ਫਸਟ ਲਵ ਜਿਹੜਾ ਉਹ ਸਟੇਜ ਹੀ ਹੈ ਮੈਨੂੰ ਹੁਣ ਵੀ ਸਟੇਜ 'ਤੇ ਜੇ ਤੁਸੀਂ ਮੇਰੇ ਕੋਸਟਿਊਮ 'ਚ ਬਿਠਾ ਦੋਗੇ ਫਿਰ ਮੈਨੂੰ ਫੜ ਕੇ ਲਾਉਣਾ ਪੈਂਦਾ ਕਿ ਅੱਛਾ 3.5 ਘੰਟੇ ਹੋ ਗਏ ਬਸ ਕਰੋ ਅੱਗੇ ਜਾਣਾ ਤੇ ਸੋ ਯਾ ਇਹ ਮੇਰੇ 'ਚ ਇਨਬਿਲਟ ਹੀ ਹੈ ਅਤੇ ਮੈਂ ਇਹਨੂੰ ਬਹੁਤ ਇੰਜੋਏ ਕਰਦਾ ਬਲੈਸਡ ਸਮਝਦਾ ਬੀਇੰਗ ਅ ਪਰਫੋਰਮਿੰਗ ਆਰਟਿਸਟ ਥੋੜ੍ਹਾ ਜਿਹਾ ਹੁਣ ਮੈਂ ਇੱਕ ਤਾਂ ਦੋ ਸਵਾਲ ਹੈ ਮੇਰੇ ਕਿਉਂਕਿ ਤੁਸੀਂ ਆਪਣੀ ਜੋ ਹੈ ਬਲੈਕ ਕੌਫੀ ਆਈ ਥਿੰਕ ਇਹ ਹੈ ਜੇ ਉਹ ਵੀ ਜ਼ਰੂਰ ਤੁਸੀਂ ਇਸ ਨੂੰ ਵੀ ਇੰਜੋਏ ਕਰਨਾ ਬਟ ਮੈਂ 2 ਸਵਾਲ ਜ਼ਰੂਰ ਪੁੱਛਣਾ ਚਾਹੂੰਗੀ ਇੱਕ ਹੈ ਪੈਂਡੈਮਿਕ ਨੂੰ ਲੈ ਕੇ ਕਿਉਂਕਿ ਤੁਹਾਡੀ ਫਿਲਮ ਅਜੇ ਰਿਲੀਜ਼ ਹੋਈ ਹੀ ਸੀ ਹੈ ਨਾ ਉਸ ਤੋਂ ਬਾਅਦ ਹੀ ਜਿਹੜਾ ਹੈ ਲੋਕਡਾਊਨ ਲੱਗ ਗਿਆ ਸੋ ਓਬਵੀਅਸਲੀ ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚ ਵੀ ਨਹੀਂ ਪਾਈ ਜਿਸ ਤਰੀਕੇ ਦੇ ਨਾਲ ਪਹੁੰਚਣੀ ਚਾਹੀਦੀ ਉਸ ਫਿਲਮ ਸੋ ਇੱਕੋ ਮਿੱਕੇ ਨੂੰ ਲੈ ਕੇ ਕੀ ਹੈਗੇ ਅੱਗੇ ਪਲਾਨਸ ਕਿ ਜਦੋਂ ਪ੍ਰੋਪਰ ਵੇ ਦੇ ਨਾਲ ਥੀਏਟਰਸ ਖੁੱਲ੍ਹਣਗੇ ਜਦੋਂ ਲੋਕੀ ਜ਼ਿਆਦਾ ਗੈਦਰਿੰਗ ਕਰਨਗੇ ਕਿ ਦੁਬਾਰਾ ਲੱਗੇਗੀ ਜਾਂ ਫਿਰ ਅਗਲਾ ਕੋਈ ਪ੍ਰੋਜੈਕਟ ਆ ਰਿਹਾ 100% ਨਹੀਂ ਦੁਬਾਰਾ ਹੀ ਲੱਗੇਗੀ ਕਿਉਂਕਿ ਸਿਨੇਮਾਜ਼ ਨੂੰ ਜਿਹੜੀਆਂ ਵੀ ਉਹਨਾਂ ਦੀਆਂ ਕੀ ਕਹਿੰਦੇ ਤੁਸੀਂ ਉਹਨੂੰ ਇੱਕ ਪ੍ਰੋਸੀਜਰ ਹੁੰਦਾ ਸਿਨੇਮਾ ਨੂੰ ਤੁਸੀਂ ਆਪਣੀ ਫਿਲਮ ਦਾ ਉਹ ਭੇਜਦੇ ਹੋ ਪ੍ਰਿੰਟ ਭੇਜਦੇ ਹੋ ਉਹ ਭੇਜੇ ਜਾ ਚੁੱਕੇ ਸੀਗੇ ਸਮਹਾਓ ਸੇਮ ਡੇ ਜਾਂ ਨੈਕਸਟ ਡੇ ਕਈ ਜਗ੍ਹਾ 'ਤੇ ਲੋਕਡਾਊਨ ਹੋ ਗਿਆ ਸਿਨੇਮਾਜ਼ ਬੰਦ ਹੋ ਗਏ ਸੋ ਉਹਨਾਂ ਕੋਲ ਪ੍ਰਿੰਟਸ ਪਏ ਹੋਏ ਨੇ ਉਹਨਾਂ ਦੀਆਂ ਫੀਸਸ ਪੇਡ ਹੈਗੀਆਂ ਸੋ ਹੁਣ ਅਸੀਂ ਇਸੇ ਮੁੰਤਜ਼ਰ ਇਹਨੂੰ ਕਹਿੰਦੇ ਆ ਉਰਦੂ ਦੇ ਵਿੱਚ ਇੰਤਜ਼ਾਰ 'ਚ ਆ ਕਿ ਤੁਸੀਂ ਕਿ ਜਦੋਂ ਵੀ ਉਹ ਖੁੱਲ੍ਹਦੇ ਆ ਔਰ ਲੋਕ ਖੁਆਹਿਸ਼ਮੰਦ ਖੁਸ਼ ਹੋ ਕੇ ਜਦੋਂ ਉੱਥੇ ਪਹੁੰਚਣ ਹੁਮਾ ਕੇ ਜਿਹਨੂੰ ਕਹਿੰਦੇ ਆ ਗੱਜ ਵੱਜ ਕੇ ਫਿਰ ਥੀਏਟਰਾਂ ਦੇ ਵਿੱਚ ਚੀਕਾਂ ਵੱਜਣ ਲਲਕਾਰੇ ਵੱਜਣ ਫਿਰ ਉਹੋ ਜਿਹਾ ਆਲਮ ਹੋਵੇ ਅਸੀਂ ਇਹੀ ਮੇਰੀ ਦੁਆ ਹੈ ਅਤੇ ਫਿਰ ਜ਼ਾਹਿਰ ਜੀ ਗੱਲ ਅਸੀਂ ਦੁਬਾਰਾ ਓਬਵੀਅਸਲੀ ਰਿਲੀਜ਼ ਕੀਤੀ ਜਾਏਗੀ ਜੀ ਆਖਰੀ ਸਵਾਲ ਮੇਰਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਸਾਰੇ ਸਾਡੇ ਚਾਹੇ ਬਜ਼ੁਰਗ ਨੇ ਚਾਹੇ ਬੀਬੀਆਂ ਨੇ ਹੈ ਨਾ ਚਾਹੇ ਬੱਚੇ ਨੇ ਸਾਰੇ ਡਟੇ ਹੋਏ ਨੇ ਇਸ ਵੇਲੇ ਦਿੱਲੀ ਬਾਰਡਰ 'ਤੇ ਤੁਸੀਂ ਵੀ ਗਏ ਸੀ ਔਰ ਤੁਸੀਂ ਬਹੁਤ ਜੋਸ਼ ਭਰਿਆ ਸੀ ਜਾ ਕੇ ਲੋਕਾਂ ਦੇ ਵਿੱਚ ਔਰ ਬਹੁਤ ਪਿਆਰਾ ਜਿਹਾ ਇੱਕ ਗੀਤ ਵੀ ਉੱਥੇ ਗਾਇਆ ਸੀ ਮੈਂ ਚਾਹੂੰਗੀ 2 ਲਾਈਨਾਂ ਉਸ ਗੀਤ ਦੀਆਂ ਵੀ ਹੋਣ ਪਰ ਉਸ ਤੋਂ ਪਹਿਲੇ ਇੱਕ ਗੱਲ ਪੁੱਛਣਾ ਚਾਹੂੰਗੀ ਜਦੋਂ ਅਸੀਂ ਵੀ ਅੱਜ ਕੱਲ੍ਹ ਉੱਠ ਰਹੇ ਹਾਂ ਸਭ ਤੋਂ ਪਹਿਲੇ ਜ਼ਹਿਨ ਵਿੱਚ ਇਹ ਆਉਂਦਾ ਕਿ ਯਾਰ ਇੰਨੀ ਠੰਡ ਹੈ ਉੱਥੇ ਜਿਹੜੇ ਬੈਠੇ ਉਹਨਾਂ ਦਾ ਕੀ ਹਾਲ ਹੋਏਗਾ ਹੈ ਨਾ ਬਹੁਤ ਸਾਰੇ ਸ਼ਹੀਦੀਆਂ ਵੀ ਅਸੀਂ ਕਹਿ ਸਕਦੇ ਹਾਂ ਹੋ ਰਹੀਆਂ ਨੇ ਇਸ ਟਾਈਮ 'ਤੇ ਕਿਉਂਕਿ ਠੰਡ ਕਰਕੇ ਸੋ ਜਦੋਂ ਆਰਟਿਸਟ ਦਾ ਦਿਲ ਤਾਂ ਵੈਸੇ ਹੀ ਬਹੁਤ ਨਰਮ ਹੁੰਦਾ ਬੜਾ ਸੌਫਟ ਹੁੰਦਾ ਹੈ ਧਿਆਨ ਜਦੋਂ ਜਾਂਦਾ ਹੋਏਗਾ ਬਹੁਤ ਕੁਝ ਦਿਮਾਗ ਦੇ ਵਿੱਚ ਆਉਂਦਾ ਹੋਏਗਾ ਕੀ ਚੀਜ਼ਾਂ ਸੋਚਦੇ ਹੋ ਮੈਂ ਹੁਣੇ ਸਤਨਾਮ ਭਾਜੀ ਜਿਹੜੇ ਚਾਂਸਲਰ ਨੇ ਇਸ ਯੂਨੀਵਰਸਿਟੀ ਦੇ ਮੈਂ ਗੱਲ ਕਰਦਾ ਸੀ ਮੈਂ ਕਿਹਾ ਬੀਇੰਗ ਅ ਕ੍ਰੀਏਟਿਵ ਆਰਟਿਸਟ ਖਾਸ ਤੌਰ 'ਤੇ ਬੀਇੰਗ ਅ ਪੋਇਟ ਇਟ ਇਜ਼ ਸੋ ਡਿਫੀਕਲਟ ਟੂ ਰੈਜ਼ਿਸਟ ਹੈ ਨਾ ਕਈ ਚੀਜ਼ਾਂ ਤੁਹਾਨੂੰ ਇੰਨੀਆਂ ਜ਼ਿਆਦਾ 2 ਤਰ੍ਹਾਂ ਦੇ ਇਨਸਾਨ ਹੁੰਦੇ ਆ ਇੱਕ ਇਮੋਸ਼ਨਲ ਇੱਕ ਸੈਂਸਿਟਿਵ ਮੈਂ ਸੈਂਸਿਟਿਵ ਹਾਂ ਅਤੇ ਹੈ ਨਾ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਤੁਸੀਂ ਮੈਨੂੰ ਪਤਾ ਨਹੀਂ ਰੋਇਆ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਹੋਊਗਾ ਜੇ ਰੋਏ ਵੀ ਹੋਵੋਗੇ ਤਾਂ ਸ਼ਾਇਦ ਕਿਤੇ ਫਲਾਈਟ 'ਚ ਇਕੱਲੇ ਅਤੇ ਹੈ ਨਾ ਪਬਲਿਕਲੀ ਅਤੇ ਬੜੀ ਮੁਸ਼ਕਿਲ ਵੀ ਹੋ ਜਾਂਦੀ ਹੈ ਬੀਇੰਗ ਮੈਨ ਤੁਹਾਨੂੰ ਐਂ ਵੀ ਲੱਗਦਾ ਸਮਹਾਓ ਬਟ ਸੈਂਸਿਟੀਵਿਟੀ ਇੱਕ ਬਹੁਤ ਹੀ ਜ਼ਿਆਦਾ ਮਨਿਊਟ ਚੀਜ਼ ਆ ਜਿਹੜੀ ਇਮੋਸ਼ਨਲ ਬੰਦੇ ਦਾ ਫਾਇਦਾ ਇਹ ਆ ਕਿ ਹੀ ਜਸਟ ਲਾਫਡ ਔਰ ਕਰਾਈ ਦੈਟਸ ਇਟ ਮੂਵ ਔਨ ਸੈਂਸਿਟਿਵ ਬੰਦੇ ਦੇ ਅੰਦਰ ਇਨਜ਼ਰਟ ਹੁੰਦੀਆਂ ਰਹਿੰਦੀਆਂ ਚੀਜ਼ਾਂ ਉਹ ਲੌਂਗਜੀਵਿਟੀ ਉਹਦੀ ਵੱਧਦੀ ਰਹਿੰਦੀ ਹੈ ਫਿਰ ਹੌਲੀ ਹੌਲੀ ਉਹ ਚੀਜ਼ਾਂ ਜਜ਼ਬਿਆਂ ਰਾਹੀਂ ਅਹਿਸਾਸਾਂ ਰਾਹੀਂ ਸ਼ਬਦਾਂ ਲਫ਼ਜ਼ਾਂ ਰਾਹੀਂ ਸ਼ਾਇਰੀ ਬਣ ਕੇ ਬਾਹਰ ਨਿਕਲਦੀਆਂ ਨੇ ਉਹ ਜਿਹੜਾ ਮੈਂ ਉੱਥੇ ਵੀ ਕਹਿ ਕੇ ਆਇਆ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਚੀਜ਼ ਦੇ ਵਿੱਚ ਸਭ ਤੋਂ ਜਿਹੜੀ ਟੱਚਿੰਗ
ਜਾਂ ਦੁਖਦਾਈ ਗੱਲ ਹੈ ਉਹ ਉਹਨਾਂ ਲੋਕਾਂ ਦਾ, ਬਜ਼ੁਰਗਾਂ ਦਾ, ਜਿਨ੍ਹਾਂ ਦਾ ਇਸ ਵਕਤ ਜ਼ਿੰਦਗੀ ਨੂੰ ਮਾਣਨ ਦਾ ਜਾਂ ਸਕੂਨ ਦਾ ਵੇਲਾ ਹੈ, ਉਹ ਸੜਕਾਂ 'ਤੇ ਸੌਂ ਰਹੇ ਨੇ। ਹੁਣ ਤੁਸੀਂ ਦੇਖੋ 6, 5 ਸਮਟਾਈਮਸ 4 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਜਾਂਦਾ ਆਊਟਸਾਈਡ। ਜੇਕਰ ਤੁਸੀਂ ਘਰ ਤੋਂ ਬਾਹਰ ਹੋ, ਤੁਸੀਂ ਘਰੇ ਵੀ ਸ਼ਾਇਦ ਹੀਟ ਲਾ ਕੇ ਰਜਾਈਆਂ 'ਚ ਬੈਠਦੇ ਹੋਵੋਗੇ, ਕਦੀ ਇਮੀਡੀਏਟ ਨਿਕਲ ਕੇ ਦਰਵਾਜ਼ੇ 'ਚੋਂ ਬਾਹਰ ਦੇਖਿਓ ਸੜਕ 'ਤੇ ਖੜ੍ਹ ਕੇ, ਹੈ ਨਾ। ਔਰ ਉਹ ਤਾਂ ਓਪਨ ਏਰੀਆ ਨੇ, ਔਰ ਕਿੰਨਾ ਉਹ ਆ। ਸੋ ਵਟ ਐਵਰ ਦਾ ਥਿੰਗ ਇਜ਼, ਮੈਂ ਇਹ ਨਹੀਂ ਕਹਿੰਦਾ ਕਿ ਜੋ ਵੀ ਹੋਇਆ, ਬਟ ਪਲੀਜ਼ ਟਰਾਈ ਟੂ ਰਿਜ਼ੋਲਵ ਇਟ ਐਜ਼ ਸੂਨ ਐਜ਼ ਪੋਸੀਬਲ। ਜਿੱਦਾਂ ਤੁਸੀਂ ਕਿਹਾ ਕਿ ਰੋਜ਼ ਮੇਰੇ ਖਿਆਲ ਕਿਸੇ ਨਾ ਕਿਸੇ ਬਜ਼ੁਰਗ ਦੀ ਠੰਡ ਜਾਂ ਹਾਰਟ ਅਟੈਕ ਕਰਕੇ ਮੌਤ ਹੁੰਦੀ ਹੈ। ਦਿਸ ਇਜ਼ ਐਕਸਟ੍ਰੀਮਲੀ ਡਿਸਹਾਰਟਨਿੰਗ। ਇਹ ਨਹੀਂ ਹੋਣਾ ਚਾਹੀਦਾ। ਅਸੀਂ ਜਿਨ੍ਹਾਂ ਨੂੰ ਅੰਨਦਾਤੇ ਕਹਿੰਦੇ, ਮੈਂ ਵੀ ਉਹਨਾਂ ਦਾ ਪੁੱਤ ਹਾਂ, ਮੈਂ ਵੀ ਕਿਸਾਨਾਂ ਦਾ ਪੁੱਤ ਹਾਂ। ਮੈਨੂੰ ਪਤਾ ਜਦੋਂ ਕਣਕਾਂ ਨੂੰ ਰਾਤ ਨੂੰ ਤੁਸੀਂ ਪਾਣੀ ਲਾਉਂਦੇ ਆ, ਹੈ ਨਾ। ਹੁਣ ਤਾਂ ਬੂਟਸ ਆ ਗਏ ਨੇ, ਅੱਗੇ ਕੁਛ ਨਹੀਂ ਹੁੰਦਾ, ਨੰਗੇ ਪੈਰਾਂ ਨਾਲ ਤੁਸੀਂ ਤਰੇਲਾਂ ਦੇ ਵਿੱਚ ਘੁੰਮਣਾ, ਨੱਕੇ ਮੋੜਨੇ, ਹੈ ਨਾ। ਪਤਾ ਹੁੰਦਾ ਕਿ ਵਾਰੀ ਹੋਣ ਆਈ ਹੈ, ਰਾਤੋਂ ਰਾਤ ਹੀ ਹੈ, ਤੁਸੀਂ ਸਾਰੇ ਕਿਆਰੇ ਭਰਨੇ ਨੇ। ਸੋ ਇਹ ਜਿਹੜੀ ਖੇਤੀਬਾੜੀ ਦੀ ਔਖਿਆਈ ਹੈ ਨਾ, ਇਹ ਜਿਨ੍ਹਾਂ ਨੇ ਨਹੀਂ ਹੰਢਾਈ। ਮੇਰਾ ਇੱਕ ਗੀਤ ਆ ਕਿ ਜਿਨ੍ਹਾਂ ਜ਼ਿੰਦਗੀ 'ਚ ਮਿਹਨਤਾਂ ਦੀ ਕੀਤੀ ਹੈ ਕਮਾਈ, ਕਦੀ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ। ਜਿਨ੍ਹਾਂ ਮਾਲੀ ਵਾਂਗੂ ਪਾਇਆ ਹੋਵੇ ਸਬਰਾਂ ਦਾ ਪਾਣੀ, ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨਹੀਂ ਹੁੰਦੇ। ਸੋ ਇਹ ਮੇਰੇ ਗੀਤ ਉਹਨਾਂ ਚੀਜ਼ਾਂ 'ਚੋਂ ਹੀ ਆਏ ਹੋਏ ਆ, ਕਿਉਂਕਿ ਮੈਨੂੰ ਪਤਾ ਖੇਤੀਬਾੜੀ ਨੂੰ ਕਹਿਣਾ ਸੌਖਾ, ਕਰਨਾ ਸੌਖਾ ਨਹੀਂ ਹੈਗਾ। ਮਤਲਬ ਬਹੁਤ ਮੁਸ਼ਕਿਲ ਧੰਦਿਆਂ ਦੇ ਵਿੱਚੋਂ ਧੰਦਾ ਹੈ। ਜਦੋਂ ਮੈਂ ਪਹਿਲੀ ਵਾਰੀ ਯੂਨੀਵਰਸਿਟੀ ਆਇਆ, ਮੈਨੂੰ ਮੇਰੇ ਫਾਦਰ ਸਾਹਿਬ ਛੱਡਣ ਆਏ ਹੋਸਟਲ 'ਚ। ਮੈਨੂੰ ਅੱਜ ਵੀ ਉਹ ਦਿਨ ਯਾਦ ਆ। PGI ਵਾਲਾ ਗੇਟ ਸੀਗਾ, 2 ਨੰਬਰ ਮੇਰਾ ਹੋਸਟਲ ਸੀ। ਅਸੀਂ ਬੈਗ ਰੱਖੇ, ਉਹਦੇ ਮੈਸ ਦੇ ਵਿੱਚ ਪਰੌਂਠੇ ਖਾਧੇ, ਅਤੇ ਮੈਂ ਪਹਿਲੀ ਵਾਰੀ ਘਰੋਂ ਬਾਹਰ ਰਹਿਣ ਆਇਆ ਸੀ। ਮੇਰੇ ਡੈਡੀ ਇੱਧਰ ਜਾ ਰਹੇ ਆ, ਮੈਂ ਕਲਾਸ ਆਪਣੇ ਡਿਪਾਰਟਮੈਂਟ ਵੱਲੋਂ ਜਾ ਰਿਹਾ, ਅਤੇ ਮੇਰਾ ਦਿਲ ਜਿਹਾ ਬੈਠਾ ਪਹਿਲੀ ਵਾਰੀ ਤਾਂ, ਅੱਛਾ ਕਿ ਡੈਡੀ ਚੱਲੇ ਆ। 2-3 ਦਿਨ ਬਾਅਦ ਜਿਹੜਾ ਅਹਿਸਾਸ ਸੀਗਾ, ਅੱਛਾ ਯਾਰ ਕੁਛ ਵੀ ਨਹੀਂ ਕਰਨਾ, ਬਸ ਪੜ੍ਹਨਾ ਹੀ ਆ। ਮਤਲਬ ਐਂ ਲੱਗਦਾ ਇੰਨਾ ਆਸਾਨ ਕੰਮ ਕਿ ਅੱਛਾ ਸਵੇਰੇ ਤਿਆਰ ਹੋ ਕੇ ਬ੍ਰੇਕਫਾਸਟ ਕਰ ਲਓ, ਪੜ੍ਹ ਲਓ, ਆ ਕੇ ਸੌਂ ਜਾਓ। ਕਿਉਂਕਿ ਜਿਸ ਬੰਦੇ ਨੇ ਖੇਤੀਬਾੜੀ ਹੱਥੀਂ ਕੀਤੀ ਹੈ ਨਾ, ਉਹਨੂੰ ਦੁਨੀਆ ਦੀ ਹਰ ਇੱਕ ਚੀਜ਼ ਆਸਾਨ ਹੀ ਲੱਗਦੀ ਹੈ। ਹੁਣ ਮੈਨੂੰ ਕਈ ਵਾਰੀ ਲੋਕ ਕਹਿੰਦੇ ਆ ਯਾਰ ਕਿ ਤੁਸੀਂ ਸੇਮ ਡੇ ਆ ਕੇ USA ਪਰਫੋਰਮੈਂਸ ਦੇ ਦਿੰਦੇ ਹੋ। ਮੈਂ ਕਿਹਾ ਇਹਦੇ 'ਚ ਕੀ ਔਖਾ ਯਾਰ, ਤੁਸੀਂ ਮਤਲਬ ਕਿ ਸਮਝੋ ਚਲੋ ਕਿਰਪਾ ਦੇ ਨਾਲ ਬਿਜ਼ਨਸ ਕਲਾਸ 'ਚ ਆਏ ਹੋ, ਉੱਥੇ ਸੁੱਤੇ ਆਉਣਾ ਤੁਸੀਂ। ਜੇ ਸੌਂ ਕੇ ਵੀ ਤੁਹਾਨੂੰ ਥਕਾਵਟ ਹੁੰਦੀ ਹੈ, ਚੇਅਰ 'ਤੇ ਬੈਠ ਕੇ ਵੀ ਥਕਾਵਟ ਹੁੰਦੀ ਹੈ, ਫਿਰ ਮੈਂ ਕੁਝ ਨਹੀਂ ਕਰ ਸਕਦਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਖੇਤੀਬਾੜੀ ਬਹੁਤ ਮੁਸ਼ਕਿਲ ਕੰਮ ਆ। ਸੋ ਅਸੀਂ ਉਹਨਾਂ ਦੀ ਜ਼ਰੂਰ ਹਮਾਇਤ ਕਰੀਏ ਕਿਸੇ ਨਾ ਕਿਸੇ ਮੈਂ ਦੀ। ਕਿਹਾ ਸੀ ਕਿ ਆਖਿਰ ਦੇ ਵਿੱਚ ਉਹ ਪਲੀਜ਼ 2 ਲਾਈਨਾਂ ਹੋ ਜਾਣ ਜਿਹੜੀਆਂ ਤੁਸੀਂ ਉੱਥੇ ਸੁਣਾਈਆਂ ਸੀ। ਉੱਥੇ ਮੈਂ ਜਾ ਕੇ ਦੇਖਿਆ, ਸਾਡੇ ਪੰਜਾਬੀਆਂ ਦੀ ਖਾਸ ਤੌਰ 'ਤੇ ਇਹ ਖੂਬਸੂਰਤੀ ਹੈ ਕਿ ਅਸੀਂ ਔਕੜਾਈਆਂ ਨੂੰ ਬੜੇ ਖਿੜੇ ਮੱਥੇ ਸਹਾਰਦੇ ਹਾਂ। ਮਤਲਬ ਕਿ ਚਾਹੇ ਕੁਛ ਵੀ ਹੋਵੇ, ਸਾਡੀ ਫਰਾਖ ਦੇ ਲਈ ਨਹੀਂ ਘਟਦੀ। ਸੋ ਮੈਨੂੰ ਲੱਗਿਆ ਕਿ ਯਾਰ ਬੰਦੇ ਹੁਣ ਵੀ ਚੜ੍ਹਦੀ ਕਲਾ 'ਚ ਨੇ, ਹੈ ਨਾ, ਹੁਣ ਵੀ ਜਕਾਰੇ ਲੱਗ ਰਹੇ ਨੇ। ਉਹ ਗੱਲ ਤੁਹਾਨੂੰ ਸਕੂਨ ਵੀ ਦਿੰਦੀ ਹੈ, ਖੁਸ਼ੀ ਵੀ ਦਿੰਦੀ ਹੈ। ਆ ਦੇਖ ਕਲਾਵਾਂ ਚੜ੍ਹਦੀਆਂ ਨੇ, ਖੁਮਾਰ ਦੇ ਕਲਮੇ ਪੜ੍ਹਦੀਆਂ ਨੇ, ਨਾ ਇੰਨੀ ਛੇਤੀ ਹਰਨਾ ਨੀ ਤੇਰਾ ਜਬਰ ਜ਼ਾਲਮਾ, ਉਹ ਤੇਰਾ ਜਬਰ ਜ਼ਾਲਮਾ, ਜਰਨਾ ਨੀ ਸਾਡੇ ਮੂਰੇ ਤਾਂ ਮਾਵਾਂ ਖੜਦੀਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿੰਦਰ ਸਰਤਾਜ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਇਸੇ ਨਾਲ ਡਾਕਟਰ ਸਤਿੰਦਰ ਸਰਤਾਜ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।